ਕਰਨ ਰੈਲੀ ਤੋਂ ਸੁਖਬੀਰ ਸਿੰਘ ਬਾਦਲ ਦਾ ਅਮਰਿਤਪਾਲ ਸਿੰਘ ਤੇ ਤਿੱਖਾ ਨਿਸ਼ਾਨਾ। ਬੋਲੇ ਜਿਹੜਾ ਬੰਦਾ ਜੇਲ੍ਹ ਨਹੀਂ ਚੱਲ ਸਕਦਾ ਉਹ ਕੀ ਕਰੇਗਾ ਕੌਮ ਦੀ ਅਗਵਾਈ। ਮਾਲਵੇ ਦਾ ਆਰਐਸਐਸ ਹੈੱਡ ਹੈ ਅਮਰਿਤਪਾਲ ਦਾ ਵਕੀਲ। ਬਰਿੰਡਾ ਰੈਲੀ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਦੇ ਖਿਲਾਫ ਸਾਧੇ ਤਿੱਖੇ ਨਿਸ਼ਾਨੇ। ਬੋਲੇ ਇਹ ਲੜਾਈ ਤਾਨਾਸ਼ਾਹੀ ਦੇ ਖਿਲਾਫ ਮੈਂ ਲੜਦਾ ਹਾਂ, ਪੰਜਾਬ ਦੇ ਹੱਕਾਂ ਦੀ ਲੜਾਈ। ਜਲੰਧਰ 'ਚ ਵਪਾਰ ਮੀਟਿੰਗ ਦੇ ਦੌਰਾਨ ਕੇਜਰੀਵਾਲ ਦਾ ਕੇਂਦਰ ਸਰਕਾਰ ਤੇ ਨਿਸ਼ਾਨਾ। ਕਿਹਾ ਫਰਜ਼ੀ ਕੇਸ ਦੇ ਵਿੱਚ ਕੀਤਾ ਗਿਆ ਗ੍ਰਿਫਤਾਰ। ਘੁਟਾਲੇ ਦੇ ਇਲਜ਼ਾਮ ਲਗਾ ਰਹੇ ਨੇ ਪਰ ਅਜੇ ਤੱਕ ਨਹੀਂ ਮਿਲਿਆ ਇੱਕ ਵੀ ਪੈਸਾ। ਦਾਖਾ ਰੈਲੀ 'ਚ ਰਾਹੁਲ ਗਾਂਧੀ ਦਾ ਕਿਸਾਨਾਂ ਦੇ ਨਾਲ ਵਾਅਦਾ। ਬੋਲੇ ਦੇਸ਼ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਕਰਾਂਗੇ ਮਾਫ, ਸਰਕਾਰ ਬਣਨ ਤੇ ਲਿਆਵਾਂਗੇ ਐਮਐਸਪੀ ਦਾ ਗਰੰਟੀ ਕਾਨੂੰਨ। ਖੰਨਾ 'ਚ ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਘਰ ਗਏ ਰਾਹੁਲ ਗਾਂਧੀ। ਪਰਿਵਾਰ ਦੇ ਨਾਲ ਵੰਡਾਇਆ ਦੁੱਖ। ਜੰਮੂ ਕਸ਼ਮੀਰ ਦੇ ਵਿੱਚ ਬਾਰੂਦੀ ਸੁਰੰਗ ਦੀ ਲਪੇਟ ਦੇ ਵਿੱਚ ਆ ਗਏ ਸਨ ਅਜੇ ਸਿੰਘ। ਚੰਡੀਗੜ੍ਹ ਪਹੁੰਚੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਵੱਲੋਂ ਬੀਜੇਪੀ ਦੀ ਇਤਿਹਾਸਕ ਜਿੱਤ ਦਾ ਦਾਅਵਾ। ਬੋਲੇ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਹੈ ਪੀਐਮ ਮੋਦੀ ਦੀ ਹਨੇਰੀ। ਭਾਜਪਾ ਨੂੰ ਮਿਲਣਗੀਆਂ 400 ਤੋਂ ਜ਼ਿਆਦਾ ਸੀਟਾਂ, ਤੀਜੀ ਵਾਰ ਬਣਾਵਾਂਗੇ ਸਰਕਾਰ। ਸੰਗਰੂਰ ਤੋਂ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਦਾ ਪੰਜਾਬ ਸਰਕਾਰ ਤੇ ਤਿੱਖਾ ਹਮਲਾ। ਬੋਲੇ ਕੁਝ ਕਿਸਾਨ ਜਥੇਬੰਦੀਆਂ ਸਰਕਾਰ ਦੀ ਸ਼ਹਿ ਤੇ ਕਰ ਰਹੀਆਂ ਨੇ ਵਿਰੋਧ। ਲੋਕ 1 ਜੂਨ ਨੂੰ ਆਪ ਨੂੰ ਸਿਖਾਉਣਗੇ ਸਬਕ। ਲੋਕ ਸਭਾ ਚੋਣਾਂ ਦੇ ਵਿਚਾਲੇ ਪੰਜਾਬ ਦੇ ਵਿੱਚ ਈਡੀ ਦਾ ਵੱਡਾ ਐਕਸ਼ਨ। ਰੋਪੜ ਹੁਸ਼ਿਆਰਪੁਰ ਸਣੇ ਕਰੀਬ 13 ਥਾਵਾਂ ਤੇ ਈਡੀ ਦੀ ਰੇਡ। ਨਾਜਾਇਜ਼ ਮਾਈਨਿੰਗ ਮਾਮਲੇ 'ਚ ਕੀਤੀ ਜਾ ਰਹੀ ਹੈ ਸਰਚ। ਕਰੀਬ 3 ਕਰੋੜ ਰੁਪਏ ਦੀ ਨਕਦੀ ਕੀਤੀ ਜ਼ਬਤ। ਯੂਪੀ 'ਚ ਬੀਜੇਪੀ ਉਮੀਦਵਾਰ ਕਰਨ ਭੂਸ਼ਣ ਦੇ ਕਾਫਲੇ ਦੀ ਗੱਡੀ ਨੇ 3 ਬੱਚਿਆਂ ਨੂੰ ਦਰੜਿਆ। 2 ਦੀ ਮੌਕੇ ਤੇ ਮੌਤ, 1 ਜ਼ਖਮੀ। ਬ੍ਰਿਜ ਭੂਸ਼ਣ ਸਿੰਘ ਦੇ ਬੇਟੇ ਨੇ ਕਰਨ ਭੂਸ਼ਣ। ਰੋਜ਼ ਗਾਰਡਨ ਸਿਵਲ ਲਾਈਨਸ ਲੁਧਿਆਣਾ ਦੇ ਵਿੱਚ ਨਿਊਜ਼ 18 ਪੰਜਾਬ ਦਾ ਅੱਜ ਮੈਗਾ ਸ਼ੋ ਅਸੀਂ ਤੱਕ ਪਹੁੰਚ ਗਏ। ਸਿਲਸਿਲਾ ਅਸੀਂ ਸ਼ੁਰੂ ਕਰਾਂਗੇ ਧਾਕੜ ਵਰਸਸ ਧਾਕੜ 2.0 ਰਾਤ 8 ਵਜੇ ਲਾਈਵ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਨਾਮ ਹੈ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਮਰਿਤਪਾਲ ਸਿੰਘ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਲੋਕ ਪੁੱਛਦੇ ਨੇ ਕਿ ਅਮਰਿਤਪਾਲ ਆਇਆ ਕਿੱਥੋਂ ਹੈ, 2 ਸਾਲ ਪਹਿਲਾਂ ਅਮਰਿਤਪਾਲ ਕਿੱਥੇ ਸੀ। ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ 1 ਸਾਲ ਡਰਾਮਾ ਰਚਿਆ ਗਿਆ, ਅਮਰਿਤਪਾਲ ਨੂੰ ਵਿਦੇਸ਼ ਦੇ ਵਿੱਚੋਂ ਲਿਆਂਦਾ ਗਿਆ, ਅਮਰਿਤਪਾਲ ਨੂੰ ਅੰਮ੍ਰਿਤ ਛਕਾਇਆ ਗਿਆ, ਅਮਰਿਤਪਾਲ ਨੂੰ ਇੱਥੋਂ ਅਸਮ ਲਿਜਾਇਆ ਜਾਂਦਾ ਹੈ ਤੇ ਅਸਮ ਤੋਂ ਹੀ ਫਿਰ ਐਮਪੀ ਦੀ ਚੋਣ ਲੜਨ ਭੇਜਿਆ ਗਿਆ ਹੈ। ਪਹਿਲਾਂ ਤਾਂ ਜੀਨਾ ਪਾਉਂਦੇ ਸੀ, ਵਾਲ ਕਟਾਉਂਦੇ ਸੀ। ਜੋ ਜੇਲ੍ਹ ਨਹੀਂ ਚੱਲ ਸਕਦਾ ਉਹ ਕੌਮ ਦੀ ਅਗਵਾਈ ਕਿਵੇਂ ਕਰੇਗਾ। ਸੁਖਬੀਰ ਸਿੰਘ ਬਾਦਲ ਨੇ ਵੱਡਾ ਹਮਲਾ ਬੋਲਿਆ। ਕੌਮ ਦੀ ਅਗਵਾਈ ਕਰਨ ਵਾਲੇ ਪਛਾਣੋ ਕੌਣ ਕਰ ਸਕਦੇ ਹੈ। ਆ ਨਹੀਂ ਕਿ ਜਦੋਂ ਤੁਹਾਡੇ ਬੰਦੇ ਥਾਣੇ 'ਚ ਫੜੇ ਜਾਣ ਤੇ ਤੁਸੀਂ ਗੁਰੂ ਮਹਾਰਾਜ ਦੀ ਸਵਾਰੀ ਪ੍ਰਕਾਸ਼ ਕਰਕੇ ਉਹ ਥਾਣੇ 'ਚ ਲੈ ਜਾਓ ਗੁਰੂ ਮਹਾਰਾਜ ਨੂੰ। ਆਪਾਂ ਗੁਰੂ ਮਹਾਰਾਜ ਦੀ ਰੱਖਿਆ ਕਰਨ ਆਪਾਂ ਕਰਾਂਗੇ ਕਿ ਉਹਨਾਂ ਨੂੰ ਢਾਲ ਬਣਾਵਾਂਗੇ। ਯਾਰ ਸੋਚਣ ਦੀ ਲੋੜ ਹੈ ਕਿ ਹੋ ਕੀ ਰਿਹਾ ਆਪਣੀ ਕੌਮ ਨੂੰ। ਬੰਦੇ ਕਿੱਥੇ ਸੀ? ਜੇ ਇੰਨੇ ਪੰਥਕ ਸੀ ਫਿਰ ਬਾਲ ਕਿਉਂ ਕਟਾਏ? ਜੀਨਾ ਪਾਉਂਦੇ ਸੀ, ਬਾਲ ਕਟਾਉਂਦੇ ਸੀ। ਕੀ 28 29 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ, 30 ਤੇ ਵੱਧ ਹੋਣੀ ਆ ਉਮਰ। ਇੱਕਦਮ ਪੰਥ ਕਿੱਥੋਂ ਜਾਗ ਪਿਆ? ਜਹਾਜ਼ ਤੇ ਉਤਰਦੇ ਆ। 1 ਮਹੀਨੇ 'ਚ ਡਰਾਮਾ ਹੁੰਦਾ, ਲਿਆਏ ਜਾਂਦੇ ਆ, ਅੰਮ੍ਰਿਤ ਛਕਾਇਆ ਜਾਂਦਾ, ਫਿਰ ਕਹਿੰਦੇ ਆ ਕਿ ਮੈਂ ਕੱਲਾ ਧਰਮ ਦਾ ਪ੍ਰਚਾਰ ਕਰੂੰਗਾ। ਬਹੁਤ ਵਧੀਆ ਗੱਲ। ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਹੈ। ਨਸ਼ੇ ਛੁਡਾਉਣ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ। ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕਨਸਟੀਟਿਊਸ਼ਨ ਨਹੀਂ ਮੰਨਦਾ। ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਹੈ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਬੁਲਾਇਆ ਜਾਂਦਾ ਹੈ। ਮੈਂ ਪੁੱਛਣਾ ਚਾਹੁੰਦਾ ਪਹਿਲੀ ਗੱਲ ਕਿ ਵਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ 'ਚ। ਐਨਐਸਏ 'ਚ ਉਹ ਹੈ, ਐਨਐਸਏ 'ਚ ਮੇਰਾ ਵੀਰ ਉੱਥੇ ਡਿਬਰੂਗੜ੍ਹ ਹੈ ਕਿ ਸਾਨੂੰ ਛੱਡੋ, ਸਾਨੂੰ ਛੱਡੋ। ਸਾਹਿਬ ਪ੍ਰਕਾਸ਼ ਸਿੰਘ ਬਾਦਲ 16 ਸਾਲ ਐਨਐਸਏ 'ਚ ਰਹੇ ਆ। 16 ਸਾਲ
ਤਾਮਿਲਨਾਡੂ ਦੀ ਜੇਲ੍ਹਾਂ 'ਚ, ਨਾਗਾਲੈਂਡ ਦੀ ਜੇਲ੍ਹਾਂ, ਜੱਬਲਪੁਰ ਦੀ ਜੇਲ੍ਹਾਂ 'ਚ ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ ਮੈਨੂੰ ਕਿਤੇ ਧੱਕੇ ਦਿੱਤੇ। ਸਿੱਧਾ ਰੁਕ ਕਰਾਂਗੇ ਲੁਧਿਆਣਾ ਦਾ, ਜਿੱਥੇ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਪ੍ਰੈਸ ਕਾਨਫਰੰਸ कर रहे हैं। HSN कोड था 92, उसमें हमने 20 साल पहले 100 रुपए किलो की ड्यूटी लगवाई थी। उस ਸੋ ਲੁਧਿਆਣਾ ਦੇ ਵਿੱਚ ਵਪਾਰ ਮਿਲਣੀ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਜਿਹੜੇ ਕਿ ਵਪਾਰੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ, ਉਹਨਾਂ ਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਨੇ, ਉਹ ਵਿਸਥਾਰ ਦੇ ਨਾਲ ਮੁਸ਼ਕਲਾਂ ਜਿਹੜੀਆਂ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਵੱਲੋਂ ਸੁਣੀਆਂ ਜਾ ਰਹੀਆਂ ਨੇ। ਉੱਤੇ ਹੋਰ ਵੀ तमाम बीजेपी ਦੇ ਲੀਡਰ ਨਜ਼ਰ ਆ ਰਹੇ ਨੇ। ਵਿਜੇ ਸਾਂਪਲਾ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ। ਅਨਿਲ ਸਰੀਨ ਨਾਲ ਬੈਠੇ ਹੋਏ ਨੇ ਤੇ ਵਪਾਰੀਆਂ ਦੇ ਨਾਲ ਮਿਲਣੀ ਕੀਤੀ ਜਾ ਰਹੀ ਹੈ। ਲੁਧਿਆਣਾ ਦੀਆਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ। ਇੱਥੇ ਖਾਸ ਤੌਰ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਪਹੁੰਚੇ ਹੋਏ ਨੇ, ਕਿਉਂਕਿ ਆਖਰੀ ਫੇਜ਼ ਦਾ ਜਿਹੜਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਕਿ 1 ਜੂਨ ਨੂੰ VOTING ਹੋਣੀ ਹੈ ਤੇ ਇਸ ਦੇ ਵਿਚਾਲੇ BJP ਦੇ ਦਿੱਗਜ ਜਿਹੜੇ ਕਿ ਪੰਜਾਬ ਦੇ ਵਿੱਚ ਇੱਥੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਵਪਾਰੀਆਂ ਦੇ ਨਾਲ ਵੀ ਮਿਲਣੀ ਕੀਤੀ ਜਾ ਰਹੀ। ਅਰਵਿੰਦ ਕੇਜਰੀਵਾਲ ਦੇ ਨੂੰ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। BJP ਵਾਲਿਆਂ ਨੇ ਮੈਨੂੰ ਗ੍ਰਿਫਤਾਰ ਕੀਤਾ, ਘੁਟਾਲੇ ਦਾ ਇਲਜ਼ਾਮ ਲਗਾ ਰਹੇ, ਪਰ ਇੱਕ ਵੀ ਪੈਸਾ ਨਹੀਂ ਮਿਲਿਆ। ਪ੍ਰਧਾਨ ਮੰਤਰੀ ਨੇ ਮੈਨੂੰ ਤਜਰਬੇਕਾਰ ਚੋਰ ਕਿਹਾ। PM ਖੁਦ ਕਹਿ ਰਹੇ ਕਿ ਮੇਰੇ ਤੇ ਪਾਇਆ ਕੇਸ ਫਰਜ਼ੀ ਹੈ। ਉਹਨਾਂ ਨੇ ਮੈਨੂੰ ਜੇਲ੍ਹ ਦੇ ਵਿੱਚ ਭੇਜਿਆ। ਸੁਪਰੀਮ ਕੋਰਟ ਨੇ ਮੈਨੂੰ ਪ੍ਰਚਾਰ ਦੀ ਇਜਾਜ਼ਤ ਦੇ ਦਿੱਤੀ। 13 ਸੀਟਾਂ ਮਿਲੀਆਂ ਤਾਂ ਸਾਡੀ ਤਾਕਤ ਵਧੇਗੀ। ਉੱਥੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਕੇਜਰੀਵਾਲ ਨੇ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ। पूरी गुंडागर्दी इन्होंने मेरे को गिरफ्तार कर लिया। कहते हैं केजरीवाल भ्रष्टाचारी है। लोग कह रहे हैं जी अगर केजरीवाल भ्रष्टाचारी है तो दुनिया में ईमानदार कोई नहीं है। कहते हैं केजरीवाल ने 100 करोड़ का भ्रष्टाचार करा, 100 करोड़ रिश्वत ली। मैंने उनसे पूछा 100 करोड़ अगर रिश्वत ली वो कहीं तो मिलेगा? 500 जगह रेड मार ली तुम लोगों ने, एक नया पैसा नहीं मिला, हवा में गायब हो गया। क्या 100 करोड़? कहीं कोई कैश मिलेगा, कहीं लॉकर, कहीं बैंक में मिलेगा, कहीं ज्वेलरी मिलेगी, कहीं कुछ नहीं मिला। देश के सामने प्रधानमंत्री जी ने कहा कि हमारे पास सबूत इसलिए नहीं है, रिकवरी इसलिए नहीं है क्योंकि केजरीवाल अनुभवी चोर है। पूरे देश के सामने प्रधानमंत्री कबूल कर रहे हैं कि पूरा मामला फर्जी है, कोई सबूत नहीं है कोई। तो क्यों गिरफ्तार किया? 16 मार्च को इलेक्शन कमीशन ने चुनाव डिक्लेयर किए, 21 मार्च को मेरे को गिरफ्तार कर लिया। वो नहीं चाहते थे कि मैं पूरे देश में घूम घूम के प्रचार करूं, भाषण दूं। उनको डर लग रहा था केजरीवाल पूरे देश में घूम गया, हमारी 10-15 सीट कम कर देगा, इसको अंदर करो। उन्होंने मेरे को अंदर कर दिया। लेकिन भला हो सुप्रीम कोर्ट का, सुप्रीम कोर्ट ने भी कहा जा केजरीवाल जा, खूब प्रचार कर। ਉਧਰ ਪਟਿਆਲਾ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਰੈਲੀ ਕੀਤੀ ਗਈ। ਡਾਕਟਰ ਗਾਂਧੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਰਾਹੁਲ ਗਾਂਧੀ ਪਹੁੰਚੇ। ਪਟਿਆਲਾ ਦੇ ਵਿੱਚ ਦਰਅਸਲ ਰਾਹੁਲ ਗਾਂਧੀ ਜੋ ਕਿ ਰੈਲੀ ਕਰ ਰਹੇ ਨੇ, ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਦਿੱਗਜ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ, ਪ੍ਰਚਾਰ ਕਰ ਰਹੇ ਨੇ। ਤੇ ਇਸ ਦੇ ਵਿਚਾਲੇ ਤੁਹਾਨੂੰ ਪਟਿਆਲਾ ਤੋਂ ਇਹ ਤਸਵੀਰਾਂ ਵਿਖਾ ਰਹੇ ਹਾਂ, ਇੱਥੇ ਕਿ ਰਾਹੁਲ ਗਾਂਧੀ ਰੈਲੀ 'ਚ ਪਹੁੰਚੇ ਹੋਏ ਨੇ। ਇੱਕ ਰਾਹ ਦਿਖਾਇਆ ਹੈ ਔਰ ਇੱਕ ਸੁਪਨਾ ਸਿਰਜਿਆ ਹੈ। ਦੇਸ਼ ਨੂੰ ਸਹੀ ਦਿਸ਼ਾ ਲਿਜਾਣ ਲਈ ਦਖਲਅੰਦਾਜ਼ੀ ਕਰਕੇ ਉਹਨਾਂ ਨੇ 5000 ਕਿਲੋਮੀਟਰ ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ ਪੈਦਲ ਯਾਤਰਾ ਕੀਤੀ। ਲੋਕਾਂ ਦੇ ਦੁੱਖ ਸੁਣੇ, ਕਿਸਾਨਾਂ ਦੇ, ਮਜ਼ਦੂਰਾਂ ਦੇ, ਵਪਾਰੀਆਂ ਦੇ, ਨੌਜਵਾਨਾਂ ਦੇ, ਔਰਤਾਂ ਦੇ, ਦਲਿਤਾਂ ਦੇ, ਆਦਿਵਾਸੀਆਂ ਦੇ ਦੁੱਖ ਦਰਦ ਸੁਣੇ ਤੇ ਇੱਕ 5 ਨਿਆਂ ਤੇ 25 ਗਰੰਟੀਆਂ ਵਾਲਾ ਘੋਸ਼ਣਾ ਪੱਤਰ ਤਿਆਰ ਕੀਤਾ ਹੈਗਾ। ਆਰਜੀ ਲਈ ਰਾਹੁਲ ਗਾਂਧੀ ਹੋਰਾਂ ਵਾਸਤੇ ਨਵੀਂ ਉਹਨਾਂ ਨੇ ਆਸ ਦੀ ਕਿਰਨ ਜਗਾਈ ਹੈ। ਉਹਨਾਂ ਦੀ ਅਗਵਾਈ ਵਿੱਚ ਇੱਕ ਨਵੀਂ ਕਾਂਗਰਸ ਦਾ ਪੁਨਰ ਜਨਮ ਹੋ ਰਿਹਾ ਹੈ, ਇੱਕ ਨਵੀਂ ਕਾਂਗਰਸ ਅੰਗੜਾਈ ਲੈ ਰਹੀ ਹੈ। ਉਸ ਕਾਂਗਰਸ ਨੇ ਹਿੰਦੁਸਤਾਨ ਦੇ ਲੋਕਾਂ ਵੱਲ ਪਿਆਰ ਦਾ ਹੱਥ ਵਧਾਇਆ ਹੈ। ਆਓ ਆਪੋ ਸਾਥ ਨੂੰ ਘੁੱਟ ਕੇ ਫੜੀਏ ਤੇ ਦੇਸ਼ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼, ਭਗਤ ਸਰਾਭਿਆਂ ਦਾ, ਗਦਰੀ ਬਾਬਿਆਂ ਦਾ ਦੇਸ਼ ਬਣਾਉਣ ਲਈ, ਇੱਕ ਸਭ ਲਈ
ਆਰਥਿਕ ਤੇ ਸਮਾਜਿਕ ਨਿਆਂ ਵਾਲਾ ਦੇਸ਼, ਸਭ ਲਈ ਬਰਾਬਰੀ ਦੇ ਮੌਕੇ ਪੈਦਾ ਕਰਨ ਵਾਲਾ ਦੇਸ਼ ਬਣਾਉਣ ਲਈ ਆਓ ਆਪਾਂ ਕਾਂਗਰਸ ਦਾ ਸਾਥ ਦਈਏ ਤੇ ਦੇਸ਼ ਨੂੰ ਸੁਨੱਖਾ ਤੇ ਜੀਉਣ ਜੋਗਾ ਬਣਾਉਣ ਵਿੱਚ, ਇਸ ਦੇਸ਼ ਨੂੰ ਤਰੱਕੀ ਯਾਫਤਾ ਮੁਲਕ ਬਣਾਉਣ ਵਿੱਚ, ਕਿਸਾਨਾਂ ਦੀ ਭਲਾਈ ਲਈ, ਮਜ਼ਦੂਰਾਂ ਦੇ ਭਲੇ ਲਈ, ਔਰਤਾਂ ਆਦਿਵਾਸੀ ਦੇ ਭਲੇ ਲਈ ਆਓ ਕਾਂਗਰਸ ਦੇ ਸਾਥ ਦਈਏ ਤੇ ਸਾਡੇ ਉਮੀਦਵਾਰਾਂ ਨੂੰ ਪੰਜਾਬ ਵਿੱਚ ਚਾਹੇ ਖਹਿਰਾ ਸਾਹਿਬ ਹੋਣ, ਚਾਹੇ ਡਾਕਟਰ ਅਮਰ ਸਿੰਘ ਹੋਣ, ਚਾਹੇ ਸੁਰਿੰਦਰ ਰਾਵਾ। ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਉਹਨਾਂ ਨੇ ਕਹਿਣਾ ਕਿ ਸੁਨੀਲ ਜਾਖੜ ਗਰੀਬ ਤੇ ਦਲਿਤ ਵਿਰੋਧੀ ਨੇ। ਸੁਨੀਲ ਜਾਖੜ ਦੇ ਦਿਲ ਦੇ ਵਿੱਚ ਜ਼ਹਿਰ ਹੈ। ਅੰਬੇਡਕਰ ਦੀ ਸੋਚ ਦੇ ਖਿਲਾਫ ਨੇ ਜਾਖੜ। ਸੁਨੀਲ ਜਾਖੜ ਪਹਿਲਾਂ ਆਪਣੀ ਸੋਚ ਨੂੰ ਠੀਕ ਕਰਨੇ ਵੱਡਾ ਹਮਲਾ ਬੋਲਿਆ ਗਿਆ ਹੈ ਚਰਨਜੀਤ ਚੰਨੀ ਦੇ ਵੱਲੋਂ। ਬੀਜੇਪੀ ਨੇ ਜਾਖੜ ਨੂੰ ਪ੍ਰਧਾਨ ਬਣਾ ਕੇ ਖੁਦ ਨੂੰ ਦਲਿਤ ਵਿਰੋਧੀ ਸਾਬਿਤ ਕੀਤਾ ਹੈ। ਉੱਤੇ ਸੁਨੀਲ ਜਾਖੜ ਦੇ ਬਹਾਨੇ ਚਰਨਜੀਤ ਚੰਨੀ ਦੇ ਵੱਲੋਂ ਬੀਜੇਪੀ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ। ਪਿਆਰ ਦੇ ਰਹੇ ਸਭ ਨੂੰ ਬਰਾਬਰ ਜਾਖੜ ਹੈ ਨਾ। ਜੇ ਕੋਈ ਦੁਨੀਆ ਦੇ ਵਿੱਚ ਮਤਸਵੀ ਲੀਡਰ ਹੈ, ਜੇ ਕੋਈ ਗਰੀਬ ਆਦਮੀਆਂ ਦੇ ਖਿਲਾਫ ਲੀਡਰ ਹੈ, ਜਿਹਦੇ ਮਨਾਂ ਦੇ ਵਿੱਚ ਜ਼ਹਿਰ ਹੈ, ਜੇ ਕਿਸੇ ਦੇ ਵਿੱਚ ਛੋਟੀਆਂ ਜਾਤਾਂ ਵਾਸਤੇ ਔਰ ਗਰੀਬ ਲੋਕਾਂ ਵਾਸਤੇ, ਜੇ ਕਿਸੇ ਦੇ ਵਿੱਚ ਅੰਬੇਦਕਰ ਦੀ ਸੋਚ ਦੇ ਖਿਲਾਫ ਕੋਈ ਖੜਾ ਹੈ, ਜੇ ਕੋਈ ਗਰੀਬ ਉਹ ਕੋਈ ਦਿਨ ਹੁੰਦੇ ਸੀ ਕਿ ਗਰੀਬ ਲੋਕਾਂ ਨੂੰ ਟੋਬੇ ਤੋਂ ਵੀ, ਤਲਾਅ ਤੋਂ ਵੀ, ਖੂਹ ਤੋਂ ਵੀ ਪਾਣੀ ਨਹੀਂ ਸੀ ਲੈਣ ਦਿੱਤਾ ਜਾਂਦਾ, ਇਹ ਉਸ ਸੋਚ ਦਾ ਬੰਦਾ ਹੈ। ਮੈਂ ਇਸ ਬੰਦੇ ਦੀ ਕਦੇ ਕੋਈ ਜਵਾਬ ਨਹੀਂ ਦਿੰਦਾ। ਮੈਂ ਇਹਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੀ ਸੋਚ ਨੂੰ ਠੀਕ ਕਰ। ਅੱਜ ਜ਼ਮਾਨਾ ਬਹੁਤ ਅੱਗੇ ਵੱਧ ਗਿਆ। ਸਾਰੇ ਲੋਕਾਂ ਨੇ ਸਮਾਨਤਾ ਦਾ ਆਪਣੇ ਆਪ ਦੇ ਵਿੱਚ ਸਭ ਨੂੰ ਪਿਆਰ ਦੇ ਰਹੇ, ਸਭ ਨੂੰ ਬਰਾਬਰ ਬਿਠਾ ਰਹੇ। ਤੁਸੀਂ ਦਲਿਤ ਵਰਗ ਨੂੰ ਪੈਰ ਦੀ ਜੁੱਤੀ ਦੇ ਉੱਪਰ ਬਿਠਾਉਣ ਯੋਗ ਦੱਸਦੇ ਹੋ। ਤੁਸੀਂ ਕਹਿੰਦੇ ਹੋ ਸਿਰ ਤੇ ਬਿਠਾਉਣ ਵਾਲੇ ਨਹੀਂ, ਪੈਰ ਦੀ ਜੁੱਤੀ ਤੇ ਬਿਠਾਉਣ ਵਾਲੇ। ਅਜਿਹੀ ਮਾਨਸਿਕਤਾ ਵਾਲੇ ਬੰਦੇ ਨੂੰ ਬੀਜੇਪੀ ਨੇ ਪ੍ਰਧਾਨ ਬਣਾ ਕੇ ਇਹ ਸਾਬਤ ਕਰਿਆ ਕਿ ਇਹ ਬੀਜੇਪੀ ਵੀ ਦਲਿਤ ਵਿਰੋਧੀ ਹੈ ਔਰ ਦਲਿਤਾਂ ਦੇ ਖਿਲਾਫ ਹੈ। ਉਹਨਾਂ ਨੇ ਐਸਾ ਬੰਦਾ ਮੂਹਰੇ ਕਰਕੇ ਦਲਿਤ ਔਰ ਪਿਛੜੇ ਸ਼੍ਰੇਣੀ ਦੇ ਲੋਕਾਂ ਦਾ ਅਪਮਾਨ ਕੀਤਾ। ਸਿੱਧਾ ਰੁਖ ਕਰਾਂਗੇ ਪਟਿਆਲਾ ਦਾ, ਜਿੱਥੇ ਕਿ ਰਾਹੁਲ ਗਾਂਧੀ ਰੈਲੀ ਨੂੰ ਸੰਬੋਧਨ ਕਰ ਰਹੇ ਨੇ। हरविंदर सिंह जी, लाल सिंह जी, रणदीप सिंह जी, ब्रह्म मोहिंद्रा जी, साधो सिंह जी, मदन लाल जी, हरदयाल सिंह जी, जगतार सिंह जी, राजेंद्र सिंह जी, हमारे कैंडिडेट धर्मवीर गांधी जी, स्टेज पे कांग्रेस पार्टी के वरिष्ठ नेता, कांग्रेस पार्टी के सारे कार्यकर्ता, हमारे बब्बर शेर, भाइयों और बहनों, पंजाब के युवाओं, किसानों, आप सबका यहां बहुत बहुत स्वागत। इतनी गर्मी में आप आए, दूर दूर से आए, मेरी बात सुनने आए, दिल से आपका धन्यवाद करना चाहता हूं। कुछ साल पहले मैं लोकसभा में धर्मवीर गांधी जी से मिला और पहले मुझे पता लग गया कि गांधी जी कांग्रेस पार्टी के विचारधारा के व्यक्ति हैं। कॉन्स्टिट्यूशन, डिसेंट्रलाइजेशन की विचारधारा में बिलीव करते हैं और मुझे मालूम था कि कभी ना कभी गांधी जी कांग्रेस पार्टी में आएंगे और इसलिए काफी खुशी हो रही है। किसी के पास बैनर है, उस पे लिखा है नफरत के बाजार में मोहब्बत की दुकान। 4000 किलोमीटर चला भारत जोड़ो यात्रा में, कन्याकुमारी से कश्मीर तक, पंजाब से निकला और भारत जोड़ो यात्रा का लक्ष्य नफरत के बाजार में
मोहब्बत की दुकान खोलने का था, मगर मैं ये काम 5-10 साल से कर रहा हूं। आपके जो कैंडिडेट हैं ये काम हर रोज सुबह 50 साल से ये कर रहे हैं। हर रोज गांधी जी ओपीडी चलाते हैं, गरीब पेशेंट्स की मदद करते हैं और 50 साल से ये गरीबों की मदद कर रहे हैं। मोहब्बत की दुकान खोल रखी है इन्होंने और रोज सुबह उसको ये चलाते हैं। तो एक अलग तरीके के राजनेता हैं, विचारधारा पे चलते हैं, क्लैरिटी है, ऑनेस्ट हैं। तो मैं चाहता हूं कि इनको यहां आप भारी बहुमत से इनको यहां जिताइए। भाइयों और बहनों, लड़ाई संविधान की है। एक तरफ कांग्रेस पार्टी, इंडिया अलायंस जो संविधान की रक्षा कर रहा है, और दूसरी तरफ बीजेपी और आरएसएस जो संविधान को बदलना चाहते हैं, रद्द करना चाहते हैं, खत्म करना चाहते हैं। मैंने अपने भाषण में कहा था, हिंदुस्तान यूनियन ऑफ स्टेट्स है। इसमें अलग अलग विचारधाराएं हैं, अलग स्टेट्स हैं, अलग भाषाएं हैं, अलग धर्म हैं, अलग जात हैं, और इन सब चीजों की रक्षा ये कॉन्स्टिट्यूशन करता है, संविधान करता है। अगर पंजाब एक स्टेट है, अगर पंजाब को इज्जत मिलती है, यहां पे अलग अलग धर्म के लोग रहते हैं, अगर उनको इज्जत मिलती है, अगर दलितों को, पिछड़ों को, गरीबों को इज्जत मिलती है, अधिकार मिलते हैं, तो अंबेडकर जी का जो संविधान है, गांधी जी का जो संविधान है, उनको ये अधिकार देता है। और बीजेपी चाहती है कि जो यहां पहले होता था, राजाओं के टाइम, उससे पहले जो होता था, वो एक बार फिर हो। एक व्यक्ति पूरे देश को चलाए, एक भाषा हो, एक हिस्ट्री हो, एक कल्चर हो, एक धर्म हो, मगर हिंदुस्तान अलग अलग धर्मों का, अलग जातों का, अलग भाषाओं का देश है। और इसीलिए हम सबको कॉन्स्टिट्यूशन की, संविधान की रक्षा करनी है। भाइयों और बहनों, संविधान ने आपको हरी क्रांति दी, सफेद क्रांति दी, पब्लिक सेक्टर दिया, रिजर्वेशन दिया, सारा का सारा जो भी हिंदुस्तान के गरीब लोगों को मिला है वो इस संविधान ने दिया है। और मैं बीजेपी के लोगों से कहना चाहता हूं, नरेंद्र मोदी जी से कहना चाहता हूं कि देखिए, आपको जितने बयान देने हैं आप दीजिए। आपके नेता पब्लिक में कहते हैं कि हम कॉन्स्टिट्यूशन को फाड़ देंगे, बदल देंगे, मगर मैं आपको मैसेज देना चाहता हूं, इस संविधान को दुनिया में कोई शक्ति नहीं खत्म कर सकती है, क्योंकि ये संविधान हिंदुस्तान का संविधान है, ये हिंदुस्तान के लोगों की आवाज है, ये हिंदुस्तान के लोगों का इंस्पिरेशन है। तो आपको जो बोलना है बोलिए, मगर आप इस काम को पूरा नहीं कर पाओगे, क्योंकि हम सारे एक साथ मिलकर आपके खिलाफ खड़े हैं। आपको हम ये काम नहीं करने देंगे। भाइयों और बहनों, किसान पंजाब की रीढ़ की हड्डी है, हिंदुस्तान की रीढ़ की हड्डी है। और किसान 24 घंटा देश को भोजन देने में अपना खून, पसीना, मेहनत हर रोज डालता है। नरेंद्र मोदी जी ने पिछले 10 साल किसानों के लिए कुछ नहीं किया। अरबपतियों का कर्जा माफ किया,
अरबपतियों को सब फैसिलिटी दी, मगर किसानों को उन्होंने 3 काले कानून दिए। जब किसान सड़क पे उतरे, पंजाब के, हरियाणा के, राजस्थान के, महाराष्ट्र के किसान जब सड़क पे उतरे, नरेंद्र मोदी जी ने उन्हें आतंकवादी कहा। 700 किसान शहीद हुए, आज तक उनको शहीद का दर्जा नहीं दिया। मैं पार्लियामेंट में बोलना चाहता था, शहीदों के बारे में बोलना चाहता था, मुझे बोलने नहीं दिया। अब कांग्रेस पार्टी की सरकार आ रही है। भारत जोड़ो यात्रा में हजारों किसानों से मैंने बात की। आपने मुझे 3 बातें बोली थी, मैं ये 3 बातें आपके लिए पूरी करके दूंगा। पहला काम आपने कहा और आपने मुझे सवाल पूछा, राहुल जी, अरबपतियों का लाखों करोड़ रुपए कर्जा माफ होता है, किसानों का एक बार यूपीए सरकार ने माफ किया, नरेंद्र मोदी जी ने 10 साल में नहीं किया। क्या जब आपकी सरकार आएगी आप किसानों का कर्जा माफ करोगे? उस सवाल का जवाब मैं आपको देना चाहता हूं। हमारा पहला काम किसानों का कर्जा माफ करने का होगा। मगर हम सिर्फ एक बार कर्जा माफी की बात नहीं है। हम चाहते हैं कि जब भी किसानों को जरूरत हो उनका कर्जा माफ हो। इसीलिए हम सरकार में एक संस्था बनाएंगे जिसका काम किसान कर्जा माफी का रिकमेंडेशन करने का होगा। जब भी यह संस्था सरकार को कहेगी कि हिंदुस्तान के किसानों को कर्जा माफी की जरूरत है, हम किसानों का कर्जा माफ आपके लिए करके दे देंगे। 2 बार, 3 बार, 4 बार, जितनी भी बार आपको जरूरत होगी हम आपका कर्जा माफ करके आपको देंगे। दूसरा काम, आपने कहा था कि हर प्रोडक्ट के लिए लोगों को सही दाम मिलता है। टूथपेस्ट के लिए, शर्ट के लिए, पैंट के लिए, घड़ी के लिए मार्केट में दाम लिखा होता है, मगर जब किसान अपना अनाज, धान, शुगरकेन, आलू बेचता है तो उसे कभी भी सही रेट नहीं मिलता है। एक्सपोर्ट इंपोर्ट पॉलिसी को बदल दिया जाता है, खेल खेले जाते हैं और किसान को कभी भी सही दाम नहीं मिलता। इसीलिए हमारा दूसरा काम किसानों के लिए कानूनी मिनिमम सपोर्ट प्राइस हम आपको और हिंदुस्तान के किसानों को देने जा रहे हैं। कम से कम दाम की गारंटी आपको हिंदुस्तान की सरकार देगी। नरेंद्र मोदी जी ने साफ कहा कि वो ये काम नहीं करने जा रहे हैं। मैं आपको इस स्टेज से गारंटी दे रहा हूं कि किसानों का कर्जा माफ होगा और किसानों को मिनिमम सपोर्ट प्राइस कानून से दिलवाई जाएगी। आखिरी काम किसानों के लिए, आपने कहा कि बीमा योजना का फायदा 16 कंपनियों को होता है, नुकसान होता है, तूफान आती है, आंधी आती है, हमें पैसा नहीं मिलता। महीनों हम फोन लगाते रहते हैं, ईमेल करते रहते हैं, कंपनी हमारा बीमा का पैसा नहीं देती। इसीलिए हम बीमा योजना को बदलेंगे, किसान फ्रेंडली बीमा योजना बनेगी, कॉर्पोरेट फ्रेंडली नहीं, किसान फ्रेंडली होगी। और हम कानून बनाएंगे 30 दिन के अंदर आपका बीमा का पैसा आपके खाते में आपको मिलेगा। सबसे क्रांतिकारी काम, भाइयों और बहनों, नरेंद्र मोदी जी ने 22 अरबपति बनाए। अदानी जी को एयरपोर्ट्स दिए, पोर्ट्स दिए, डिफेंस इंडस्ट्री दी, सोलर पावर दिया, विंड पावर दिया, पावर प्लांट्स दिए, खदान दिए, सारा का सारा एक व्यक्ति को पकड़ा दिया। पूरा हिंदुस्तान जानता है कि अमित शाह, नरेंद्र मोदी जी और अदानी जी एक दूसरे के मित्र हैं। अदानी जी की शेयर प्राइस देखिए, पता लग जाएगा। जिस दिन नरेंद्र मोदी प्रधानमंत्री बने उस दिन के बाद अदानी जी की शेयर प्राइस बढ़ती जा रही है, बढ़ती जा रही है, बढ़ती जा रही है। अब उन्होंने 22 अरबपति बनाए, हम करोड़ों लाखपति बनाने जा रहे हैं। भाइयों और बहनों, हिंदुस्तान के सबसे गरीब लोगों की लिस्ट बनेगी। पंजाब के सबसे गरीब परिवार, बाकी प्रदेशों के सबसे गरीब परिवारों की लिस्ट बनेगी।
हर परिवार में से एक महिला का नाम चुना जाएगा और 5 जुलाई को करोड़ों महिलाओं के बैंक अकाउंट में इंडिया की सरकार, कांग्रेस पार्टी की सरकार महीने का 8,500 रुपए खटाखट अंदर डालेगी। प्रेस वाले कहेंगे कि देखो सरकार गरीबों की आदत बिगाड़ रही है, और मैं प्रेस वाले से कहूंगा कि आपने ये बात ज्यादा बोली तो 1 लाख रुपए नहीं, हम 2 लाख रुपए देना शुरू कर देंगे। भाइयों और बहनों, ये हमारे नहीं हैं, ये किसानों के नहीं हैं। मैंने इनको मित्र कहा, मगर ये अदानी जी के मित्र हैं, 24 घंटा उनका काम करते हैं, नरेंद्र मोदी जी का चेहरा दिखाते हैं। तो हर महिला, गरीब महिला के बैंक अकाउंट में 8,500 रुपए खटाखट साल का 1 लाख रुपया करोड़ों महिलाओं के बैंक अकाउंट में डालेंगे। आशा और आंगनवाड़ी में जो महिलाएं काम करती हैं उनकी आमदनी दुगनी होगी, और मनरेगा में आज 250 रुपए मिलते हैं, हमारी सरकार मनरेगा के मजदूरों को 400 रुपए देगी। युवाओं को कहना चाहता हूं, नरेंद्र मोदी जी ने आपको अग्निवीर योजना दी। नरेंद्र मोदी की सोच है कि 2 तरीके के शहीद होने चाहिए। एक अमीर घर का बेटा जिसे सारी की सारी फैसिलिटीज मिले, पेंशन मिले, कॉम्पनसेशन मिले, शहीद का दर्जा मिले, कैंटीन मिले, और दूसरा गरीब घर का बेटा जिसे 6 महीने की ट्रेनिंग दी जाए, कॉम्पनसेशन ना मिले, पेंशन ना मिले, शहीद का दर्जा ना मिले, कैंटीन ना मिले। ये भाइयों और बहनों हिंदुस्तान की सेना पर अपमान है। हिंदुस्तान के जवानों को नरेंद्र मोदी ने मजदूर बना दिया है। जैसे ही हमारी सरकार आएगी, हम अग्निवीर योजना को रद्द कर देंगे, कूड़ेदान में फाड़ के फेंक देंगे। हमें 2 शहीद नहीं चाहिए, 1 शहीद चाहिए। सबको पेंशन मिलनी चाहिए, सबकी मदद होनी चाहिए, सबके परिवारों की रक्षा मिलनी चाहिए, और सबको शहीद का दर्जा मिलना चाहिए। इसीलिए अग्निवीर योजना को हम रद्द कर रहे हैं। यह प्रधानमंत्री की योजना है, सेना इस योजना को नहीं चाहती है, इसको हम कैंसिल कर रहे हैं। 30 लाख सरकारी नौकरियां नरेंद्र मोदी ने नहीं भरी हैं। हम हिंदुस्तान के युवाओं के लिए 30 लाख सरकारी नौकरी भरेंगे और उनको हम आपके हवाले कर देंगे। और आखिरी और शायद सबसे ऐतिहासिक काम, हमारा नया स्कीम है, क्रांतिकारी स्कीम है, पहली नौकरी पक्की। इस स्कीम के माध्यम से हिंदुस्तान के बेरोजगार ग्रेजुएट्स को 1 साल की नौकरी मिलेगी, बेहतरीन ट्रेनिंग मिलेगी। पब्लिक सेक्टर में HAL, BHEL ऐसी कंपनीज में, प्राइवेट सेक्टर में, सरकारी अस्पतालों में, सरकारी कॉलेजेस यूनिवर्सिटीज में, सरकारी ऑफिसेज में 1 साल की नौकरी मिलेगी। 8,500 रुपए महीने का खटाखट करोड़ों बेरोजगार युवाओं के बैंक के अंदर जाएगा। 1 साल की नौकरी होगी। 1 साल में आपको हिंदुस्तान की सरकार 1 लाख रुपए देने का काम करेगी। भाई और बहनों, मैं गांधी जी से बात कर रहा था, आज हमने लंच खाया और उनसे मैं कह रहा था कि देखिए, मोदी जी ने अरबपतियों के जेब में पैसा डाला, अरबपतियों ने यह पैसा अमेरिका में इन्वेस्ट किया, बड़ी बड़ी इमारतें खरीदी, घर खरीदे, मैंशंस खरीदे। इन्होंने ये पैसा लंदन में, अमेरिका में, जापान में, दुबई में खर्च किया। अब हम चाहते हैं कि करोड़ों महिलाओं के बैंक अकाउंट में, करोड़ों युवाओं के बैंक अकाउंट में, किसानों के बैंक अकाउंट में पैसा डालेंगे। ये पैसा आप हिंदुस्तान में खर्च करोगे, भारत में खर्च करोगे, गांव में खर्च करोगे, शहरों में खर्च करोगे। क्या करोगे आप माल खरीदोगे, मोबाइल फोन खरीदोगे, स्कूटर, मोटरसाइकिल, शर्ट, पैंट, टूथब्रश, टूथपेस्ट, ये चीजें आप खरीदोगे।
जैसे ही आप चीजें खरीदोगे वैसे ही इन चीजों का डिमांड बढ़ेगा और हिंदुस्तान की फैक्ट्रियां चालू हो जाएंगी। जो फैक्ट्रियां आज बंद पड़ी हैं, नरेंद्र मोदी जी ने नोटबंदी से, जीएसटी से ये जो फैक्ट्रियां बंद की हैं, ये फैक्ट्रियां चालू हो जाएंगी और हिंदुस्तान के बेरोजगार युवाओं को एक बार फिर रोजगार मिलना शुरू हो जाएगा। हम चेन बना रहे हैं। पहले आपके जेब में पैसा डालेंगे, आप माल खरीदोगे, फैक्ट्रियां माल बनाएंगी,